सत श्री अकाल प्यारे विद्यार्थियों, मैं लैक्चरर सिमरनजीत सिंह तुहाडा सारिਆਂ ਦਾ स्वागत करता हाँ जी। अपनी इस ऑनलाइन जमात विच जिस विच आपां पढ़न जा रहे हैं जी, जो साडी 12वीं जमात वाली पुस्तक है पंजाबी ਸਾਹਿਤ दर्पण भाग दूजा। ਉਹਦੇ जो अंतिम खंड ਦੇ ਵਿੱਚ ਪੰਜਾਬੀ ਸਾਹਿਤ ਦਾ ਸੰਖੇਪ ਇਤਿਹਾਸ ਦਿੱਤਾ ਹੋਇਆ ਨਾ ਪਿਆਰੇ ਵਿਦਿਆਰਥੀਓ, ਉਹਦੇ ਵਿੱਚ ਦਿੱਤਾ ਹੋਇਆ ਜੀ ਪੰਜਾਬੀ ਵਾਰਤਕ ਦਾ ਇਤਿਹਾਸ। ਤੇ ਪੰਜਾਬੀ ਵਾਰਤਕ ਦੇ ਵਿੱਚ ਆਪਾਂ ਕਿਹੜੇ ਸਾਹਿਤ ਰੂਪ ਦੇ ਇਤਿਹਾਸ ਬਾਰੇ ਪੜ੍ਹਨਾ ਅੱਜ? ਸਵੈ ਜੀਵਨੀ ਬਾਰੇ। ਸੋ ਗੱਲ ਕਰਦੇ ਆ ਜੀ ਸਵੈ ਜੀਵਨੀ ਬਾਰੇ, ਸਵੈ ਜੀਵਨੀ ਦੇ ਇਤਿਹਾਸ ਬਾਰੇ। ਪੰਜਾਬੀ ਸਾਹਿਤ ਦੇ ਵਿੱਚ ਕਿਹੜੇ-ਕਿਹੜੇ ਲੇਖਕਾਂ ਨੇ ਆਪਣੀਆਂ ਸਵੈ ਜੀਵਨੀਆਂ ਲਿਖੀਆਂ ਉਹਨਾਂ ਬਾਰੇ ਜ਼ਿਕਰ ਕਰਨਾ। ਤੇ ਉਹਦੇ ਨਾਲ ਨਾਲ ਆਪਾਂ ਇਹ ਵੀ ਦੇਖਣਾ ਵੀ ਜੋ ਸਾਡੇ ਇਸ ਪਾਠ ਦੇ ਅੰਤ ਦੇ ਵਿੱਚ ਜਿਹੜੇ ਪ੍ਰਸ਼ਨ ਦਿੱਤੇ ਗਏ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਪਾਂ ਇਹ ਗੱਲਾਂ ਸਾਰੀਆਂ ਆਪਾਂ ਕਲੀਅਰ ਕਰਨੀਆਂ, ਠੀਕ ਹੈ ਜੀ। ਸੋ ਆਪਾਂ ਸ਼ੁਰੂ ਕਰਦੇ ਹਾਂ। ਸਵੈ ਜੀਵਨੀ ਹੈ ਜਿਹੜੀ, ਇਹ ਧਿਆਨ ਰੱਖਣਾ ਹੈ, ਸਵੈ ਜੀਵਨੀ ਇੱਕ ਵਾਰਤਕ ਦੀ ਵਿਧਾ ਹੈ ਜਿਹਦਾ ਸੰਬੰਧ ਹੈ ਸਵੈ ਬਿਰਤਾਂਤ ਜਾਂ ਆਤਮ ਵਰਣਨ ਨਾਲ। ਸਵੈ ਜੀਵਨੀ ਨੂੰ ਆਤਮ ਕਥਾ ਵੀ ਕਿਹਾ ਜਾਂਦਾ ਹੈ ਨਾ। ਆਪਣੇ ਖੁਦ ਦੇ ਜੀਵਨ ਪ੍ਰਤੀ ਜੋ ਆਪਣੇ ਖੁਦ ਦੇ ਜੀਵਨ ਨੂੰ ਦੱਸਣਾ ਉਸ ਨੂੰ ਕਹਿ ਲਈਏ ਆਪਾਂ ਸਵੈ ਜੀਵਨੀ। ਜਿਵੇਂ ਸਵੈ ਬਿਰਤਾਂਤ ਹੁੰਦਾ, ਆਤਮ ਵਰਣਨ ਹੁੰਦਾ ਇਸ ਦੇ ਵਿੱਚ, ਠੀਕ ਹੈ ਜੀ। ਸੋ ਆਪਾਂ ਹੁਣ ਗੱਲ ਕਰਦੇ ਹਾਂ। ਜਿਵੇਂ ਇੱਕ ਹੋਰ ਗੱਲ ਇਹਦੇ ਵਿੱਚ ਯਾਦ ਰੱਖਣੀ ਹੈ ਤੁਸੀਂ, ਜਦੋਂ ਸਵੈ ਜੀਵਨੀ ਦੀ ਪਰਿਭਾਸ਼ਾ ਦੀ ਗੱਲ ਆ ਜੇ ਤਾਂ ਸਵੈ ਜੀਵਨੀ ਦੇ ਵਿੱਚ ਪਹਿਲੀ ਗੱਲ ਜਿਹੜੀ ਮੈਂ ਦੱਸੀ ਹੈ ਵੀ ਸਵੈ ਜੀਵਨੀ ਵਾਰਤਕ ਦੀ ਇੱਕ ਵਿਧਾ ਹੈ ਜਿਸ ਦਾ ਸੰਬੰਧ ਕਿਹਦੇ ਨਾਲ ਹੈ? ਸਵੈ ਬਿਰਤਾਂਤ ਜਾਂ ਆਤਮ ਵਰਣਨ ਨਾਲ ਹੈ। ਇੱਕ ਗੱਲ ਹੋ ਗਈ। ਦੂਸਰੀ ਗੱਲ ਇੱਕ ਹੋਰ ਦਿੱਤੀ ਹੈ, ਅੰਮ੍ਰਿਤਾ ਪ੍ਰੀਤਮ ਹੈ ਜਿਹੜੀ ਪੰਜਾਬੀ ਸਾਹਿਤ ਦੀ ਪ੍ਰਸਿੱਧ ਕਵਿੱਤਰੀ ਹੈ, ਜੋ ਅੰਮ੍ਰਿਤਾ ਪ੍ਰੀਤਮ, ਉਹਨਾਂ ਨੇ ਸਵੈ ਜੀਵਨੀ ਨੂੰ ਯਥਾਰਥ ਤੋਂ ਯਥਾਰਥ ਤੱਕ ਦਾ ਅਮਲ ਕਿਹਾ ਹੈ। ਇਹ ਯਾਦ ਰੱਖਣੀ ਹੈ ਤੁਸੀਂ ਇੱਕ ਗੱਲ ਹੋਰ ਵੀ ਅੰਮ੍ਰਿਤਾ ਪ੍ਰੀਤਮ ਜੀ ਨੇ ਸਵੈ ਜੀਵਨੀ ਨੂੰ ਕੀ ਕਿਹਾ? ਯਥਾਰਥ ਤੋਂ ਯਥਾਰਥ ਤੱਕ ਦਾ ਅਮਲ। ਯਥਾਰਥ ਤੋਂ ਭਾਵ ਹੁੰਦਾ ਸੱਚਾਈ, ਸੱਚ। ਸੋ ਆਪਾਂ ਹੁਣ ਗੱਲ ਕਰਦੇ ਹਾਂ ਸਵੈ ਜੀਵਨੀ। ਪੰਜਾਬੀ ਵਿੱਚ ਜਿਹੜੀਆਂ ਸਵੈ ਜੀਵਨੀਆਂ ਦੀ ਰਚਨਾ ਹੋਈ ਹੈ, ਸਵੈ ਜੀਵਨੀ ਦੇ ਮੁੱਢਲੇ ਸਵਰੂਪ ਦੇ ਵਿੱਚ ਕਿਹੜੀਆਂ-ਕਿਹੜੀਆਂ ਸਵੈ ਜੀਵਨੀਆਂ ਦੀ ਰਚਨਾ ਕੀਤੀ ਜਾਂਦੀ ਹੈ ਉਹ ਆਪਾਂ ਗੱਲ ਕਰਨੀ ਹੈ ਸਭ ਤੋਂ ਪਹਿਲਾਂ। ਤੇ ਫਿਰ ਉਸ ਤੋਂ ਬਾਅਦ ਜਿਵੇਂ ਪਟਿਆਲਾ ਯੂਨੀਵਰਸਿਟੀ ਵੱਲੋਂ ਕੁਝ ਕੁ ਸਾਹਿਤਕਾਰਾਂ ਵੱਲੋਂ ਸਵੈ ਜੀਵਨੀਆਂ ਲਿਖਵਾਈਆਂ ਗਈਆਂ ਉਹਨਾਂ ਦਾ ਜ਼ਿਕਰ ਹੋਊਗਾ, ਉਹ ਯਾਦ ਰੱਖਣਾ ਤੁਸੀਂ। ਤੇ ਪੂਰੀ ਦੀ ਪੂਰੀ ਸਵੈ ਜੀਵਨੀ ਤੇ ਇੱਕ ਸੰਖੇਪ ਨੋਟ ਜਿਹੜਾ ਤੁਹਾਨੂੰ ਪ੍ਰਸ਼ਨ ਆ ਸਕਦਾ ਹੈ ਉਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਜਦੋਂ ਸਵੈ ਜੀਵਨੀ ਤੇ ਨੋਟ ਲਿਖਣਾ ਹੋਵੇ ਉਦੋਂ ਆਹ ਦੋ ਗੱਲਾਂ ਲਿਖ ਦਿਓ ਜ਼ਰੂਰ ਇੱਕ ਤਾਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਵੀ ਆਪਾਂ ਸਵੈ ਜੀਵਨੀ ਪੰਜਾਬੀ ਦੇ ਵਿੱਚ ਕਿਹੜੀ ਰਚੀ ਜਾ ਰਹੀ ਹੈ। ਆਧੁਨਿਕ ਪੰਜਾਬੀ ਵਾਰਤਕ ਦੇ ਵਿੱਚ ਜਿਹੜੀ ਪਹਿਲੀ ਸਵੈ ਜੀਵਨੀ ਲਿਖੀ ਗਈ ਹੈ ਉਹਦਾ ਨਾਮ ਹੈ ਮੇਰੀ ਦੁਨੀਆ। ਇਹ ਪੰਜਾਬੀ ਦਾ ਪ੍ਰਸਿੱਧ ਨਾਵਲਕਾਰ ਹੈ ਜਿਹੜਾ ਨਾਨਕ ਸਿੰਘ, ਜਿਹਦੀ ਕਹਾਣੀ ਭੂਆ ਤੁਹਾਡੇ ਸਿਲੇਬਸ ਦੇ ਵਿੱਚ ਦੇ ਰੱਖੀ ਹੈ, ਉਹ ਹੀ ਨਾਨਕ ਸਿੰਘ ਹੈ। ਤੇ ਉਹਨਾਂ ਦੀ ਜੀਵਨੀ ਹੈ ਮੇਰੀ ਦੁਨੀਆ, ਸਵੈ ਜੀਵਨੀ ਉਹਨਾਂ ਨੇ ਲਿਖੀ ਹੈ। ਇਹਦਾ ਪ੍ਰਕਾਸ਼ਨ ਹੋਇਆ 1949 ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ। ਤੇ ਇਹ ਜੀਵਨੀ ਹੈ ਜਿਹੜੀ, ਇਹ ਸਵੈ ਜੀਵਨੀ ਹੈ ਜਿਹੜੀ ਆਧੁਨਿਕ ਪੰਜਾਬੀ ਵਾਰਤਕ ਦੀ ਪਹਿਲੀ ਸਵੈ ਜੀਵਨੀ ਹੋਣ ਦਾ ਮਾਣ ਇਸ ਸਵੈ ਜੀਵਨੀ ਨੂੰ ਹਾਸਲ ਹੈ। ਜੇ ਤੁਹਾਡੇ ਤੋਂ ਪੁੱਛਿਆ ਜਾਵੇ ਵੀ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਕਿਹੜੀ ਹੈ ਤਾਂ ਤੁਸੀਂ ਕਹੋ ਜੀ ਮੇਰੀ ਦੁਨੀਆ। ਕਿਹਨੇ ਲਿਖੀ ਹੈ ਜੀ? ਨਾਨਕ ਸਿੰਘ ਨੇ। ਕਦੋਂ ਲਿਖੀ ਹੈ ਜੀ? 1949 ਦੇ ਵਿੱਚ ਇਸ ਦਾ ਪ੍ਰਕਾਸ਼ਨ ਹੁੰਦਾ, ਠੀਕ ਹੈ ਜੀ। ਸੋ ਇਹ ਹੋ ਗਈ ਪਹਿਲੀ ਸਵੈ ਜੀਵਨੀ ਦੀ ਗੱਲ, ਨਾਨਕ ਸਿੰਘ ਦੀ, ਬਹੁਤ ਮਹੱਤਵਪੂਰਨ ਹੈ, ਯਾਦ ਰੱਖਣੀ ਹੈ। ਉਸ ਤੋਂ ਬਾਅਦ ਹਾਂ ਲੇਖਕ ਨੇ ਇਹਦੇ ਵਿੱਚ 1947 ਦਾ ਵੰਡ ਦਾ ਵੀ ਜ਼ਿਕਰ ਕੀਤਾ, ਇਹ ਵੀ ਥੋੜ੍ਹਾ ਜਿਹਾ ਲਿਖ ਸਕਦੇ ਹੋ। ਉਸ ਤੋਂ ਬਾਅਦ ਇੱਕ ਹੋਰ ਪ੍ਰਸਿੱਧ ਸਵੈ ਜੀਵਨੀ ਹੈ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ। ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਇੱਕ ਹੋਰ ਸਵੈ ਜੀਵਨੀ ਆਰਸੀ ਸ਼ੀਸ਼ੇ ਨੂੰ ਕਿਹਾ ਜਾਂਦਾ ਹੈ, ਆਰਸੀ ਸਵੈ ਜੀਵਨੀ ਹੈ ਜਿਹਦਾ ਪ੍ਰਕਾਸ਼ਨ ਵਰਾ 1958। 14 ਕਾਂਡਾਂ ਦੇ ਵਿੱਚ ਇਹ ਸਵੈ ਜੀਵਨੀ ਲਿਖੀ ਗਈ ਹੈ। ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਪ੍ਰਸਿੱਧ ਸਵੈ ਜੀਵਨੀ ਹੈ ਆਰਸੀ। 1958 ਪ੍ਰਕਾਸ਼ਨ ਵਰਾ ਇਸ ਦਾ ਦੇ ਰੱਖਿਆ, ਇਹ ਯਾਦ ਰੱਖਣਾ ਤੁਸੀਂ, ਠੀਕ ਹੈ ਜੀ। ਇਹਦੇ ਵਿੱਚ ਹੋਰ ਕੀ ਕੁਛ ਆ? ਆਪਣੇ ਸਮੇਂ ਦੇ ਆਰਥਿਕ, ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਹਾਲਾਤਾਂ ਦਾ ਇਹਨੇ ਜ਼ਿਕਰ ਕੀਤਾ ਇਹਦੇ ਵਿੱਚ ਆਪਣੀ ਸਵੈ ਜੀਵਨੀ ਦੇ ਵਿੱਚ। ਇਕੱਲੇ ਆਪਣੇ ਜੀਵਨ ਬਾਰੇ ਨਹੀਂ, ਉਹਦੇ ਨਾਲ ਨਾਲ ਹੋਰ ਵੀ ਬੜਾ ਕੁਝ ਹੈ ਇਹਦੇ ਵਿੱਚ। ਇੱਕ ਤੁਸੀਂ ਹੋਰ ਪੜ੍ਹਨਾ ਹੈ, ਕਿਹਨੂੰ? ਪ੍ਰਿੰਸੀਪਲ ਤੇਜਾ ਸਿੰਘ ਨੂੰ। ਇਹਨਾਂ ਦੀ ਸਵੈ ਜੀਵਨੀ ਆਰਸੀ ਬਾਰੇ ਗੱਲਾਂ ਯਾਦ ਰੱਖਣੀਆਂ। ਉਸ ਤੋਂ ਬਾਅਦ ਗੱਲ ਕਰਦੇ ਆ ਜੀ 3 ਨੰਬਰ ਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਸਵੈ ਜੀਵਨੀ ਹੈ ਜੀ।
ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਹੈ ਜਿਹੜੀ ਇਹ 3 ਭਾਗਾਂ ਦੇ ਵਿੱਚ ਵੰਡੀ ਹੋਈ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ 3 ਭਾਗਾਂ ਦੇ ਵਿੱਚ 3 ਲੜੀਆਂ ਦੇ ਵਿੱਚ ਇਹਨਾਂ ਦੀ ਸਵੈ ਜੀਵਨੀ ਹੈ। ਮੇਰੀ ਜੀਵਨ ਕਹਾਣੀ 1959 ਦੇ ਵਿੱਚ ਛਪੀ ਹੈ। ਮੰਜ਼ਿਲ ਦਿਸ ਪਈ 1964 ਦੇ ਵਿੱਚ, ਤੇ ਮੇਰੀ ਜੀਵਨ ਕਹਾਣੀ ਉਹ ਹੈਗੀ ਹੈ ਜੀ 1978 ਦੇ ਵਿੱਚ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਮੇਰੀ ਜੀਵਨ ਕਹਾਣੀ 2 ਵਾਰ ਹੈ ਇੱਥੇ। ਠੀਕ ਹੈ, ਇਹ ਵੀ ਯਾਦ ਰੱਖਣਾ ਤੁਸੀਂ। ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਦੀ ਜਿਹੜੀ ਸਵੈ ਜੀਵਨੀ ਹੈ ਉਹ 3 ਭਾਗਾਂ ਦੇ ਵਿੱਚ ਲਿਖੀ ਗਈ ਹੈ। ਇੱਕ ਮੇਰੀ ਜੀਵਨ ਕਹਾਣੀ, ਮੰਜ਼ਿਲ ਦਿਸ ਪਈ ਤੇ ਮੇਰੀ ਜੀਵਨ ਕਹਾਣੀ। ਠੀਕ ਹੈ ਜੀ। ਪਿਆਰ ਦੇ ਫਲਸਫੇ ਦੀ ਗੱਲ ਇਸਨੇ ਆਪਣੇ ਕੀਤੀ ਹੈ। ਪੂਰਬ ਪੱਛਮ ਦੀਆਂ ਯਾਤਰਾਵਾਂ ਦੇ ਬਿਰਤਾਂਤ, ਨਵੇਂ ਲੋਕਾਂ ਦੇ ਨਾਲ ਗੱਲਬਾਤ ਕਰਨ ਵਾਲੀ, ਜਿਹੜੀ ਨਵੇਂ ਲੋਕਾਂ ਨਾਲ ਜਦੋਂ ਆਪਾਂ ਮਿਲਦੇ ਹਾਂ ਉਹਨਾਂ ਨਾਲ ਆਪਣੀ ਜਿਹੜੀ ਹੁੰਦੀ ਹੈ ਸਾਂਝ ਬਣਦੀ ਹੈ ਜਿਹੜੀ, ਉਹਦਾ ਵੀ ਜ਼ਿਕਰ ਕੀਤਾ ਲੇਖਕ ਨੇ, ਇਹ ਯਾਦ ਰੱਖਣਾ। ਹਾਂ, ਇੱਕ ਹੋਰ ਹੈ ਵੀ ਜਿਵੇਂ ਨਰੈਣ ਸਿੰਘ ਜੀ ਦੀ ਸਵੈ ਜੀਵਨੀ ਲਿਖੀ ਹੈ। ਨਰੈਣ ਸਿੰਘ ਜੀ ਨੇ ਕੁਝ ਹੱਡ ਬੀਤੀ ਕੁਝ ਜੱਗ ਬੀਤੀ, ਇਹ 1966 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਤੇ ਇਹ ਵੀ ਤੁਸੀਂ ਇਹਦੇ ਵਿੱਚ ਲੇਖਕ ਨੇ ਆਪਣੇ ਤੋਂ ਇਲਾਵਾ ਆਪਣੇ ਭਰਾ ਦੇ ਜੀਵਨ ਦੇ ਬਾਰੇ ਵੀ ਬਿਆਨ ਕੀਤਾ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ ਜੀ। ਉਸ ਤੋਂ ਬਾਅਦ ਪ੍ਰਸਿੱਧ ਗਦਰੀ ਬਾਬਾ ਸੋਹਣ ਸਿੰਘ ਭਕਨਾ, ਇਹਨਾਂ ਦੀ ਸਵੈ ਜੀਵਨੀ ਹੈ ਜਿਹੜੀ ਜੀਵਨ ਸੰਗਰਾਮ 1967 ਦੇ ਵਿੱਚ ਇਹਨਾਂ ਨੇ ਲਿਖੀ ਹੈ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਸੋਹਣ ਸਿੰਘ ਭਕਨਾ ਪ੍ਰਸਿੱਧ ਕ੍ਰਾਂਤੀਕਾਰੀ ਹੋਇਆ, ਗਦਰ ਲਹਿਰ ਦੇ ਨਾਲ ਸੰਬੰਧਿਤ ਸੀ ਇਹ, ਤੇ ਇਹਦੀ ਸਵੈ ਜੀਵਨੀ ਹੈ ਜਿਹੜੀ ਜੀਵਨ ਸੰਗਰਾਮ 1967 ਦੇ ਵਿੱਚ ਛਪੀ। ਇਹ ਵੀ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਜਿਹੜੀ ਹੈਗੀ ਆ ਇਹ ਮੇਰਾ ਆਪਣਾ ਆਪ ਜਿਹੜੀ ਸਵੈ ਜੀਵਨੀ ਹੈ, ਇਹ ਪ੍ਰਸਿੱਧ ਕ੍ਰਾਂਤੀਕਾਰੀ ਭਗਤ ਅਰਜਨ ਸਿੰਘ ਗੜਗੱਜ ਦੀ ਰਚਨਾ ਹੈ। ਇਹ ਸਵੈ ਜੀਵਨੀ ਹੈ ਜਿਹੜੀ, ਇਹ ਸਵੈ ਜੀਵਨੀ ਇਹਨਾਂ ਦੀ ਅਰਜਨ ਸਿੰਘ ਜੀ ਗੜਗੱਜ ਨੇ ਜਿਹੜੇ, ਇਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈ ਸੀ ਇਹ ਸਵੈ ਜੀਵਨੀ ਇਹਨਾਂ ਦੀ। ਇਹ ਵੀ ਤੁਸੀਂ ਯਾਦ ਰੱਖਿਓ। ਇੱਕ ਹੋਰ ਗੱਲ ਕਰਦੇ ਆ ਬੜੀ ਮਹੱਤਵਪੂਰਨ ਹੈ। ਪ੍ਰਿੰਸੀਪਲ ਨਿਰੰਜਨ ਸਿੰਘ ਜੀ ਦੀ ਸਵੈ ਜੀਵਨੀ ਹੈ ਜਿਹੜੀ, ਜਿਹਦਾ ਨਾਮ ਹੈ ਜੀਵਨ ਵਿਕਾਸ। ਇਹ 1970 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਵਿਦਿਆ ਦੇ ਖੇਤਰ ਵਿੱਚ ਵਿਗਿਆਨ ਦੀ ਭੂਮਿਕਾ ਨੂੰ ਦੱਸਿਆ ਇਹਦੇ ਵਿੱਚ, ਆਪਣੇ ਜੀਵਨ ਦਾ ਜ਼ਿਕਰ ਕਰਦਿਆਂ ਹੋਇਆ ਨਾਲ ਨਾਲ ਵਿਦਿਆ ਦੇ ਖੇਤਰ ਵਿੱਚ ਵਿਗਿਆਨ ਜਿਹੜਾ ਹੈਗਾ ਸਾਇੰਸ, ਉਹਦੀ ਕੀ ਮਹੱਤਤਾ ਉਹ ਦੱਸੀ ਹੈ ਪ੍ਰਿੰਸੀਪਲ ਨਿਰੰਜਨ ਸਿੰਘ ਨੇ, ਤੇ ਸਵੈ ਜੀਵਨੀ ਦਾ ਨਾਮ ਹੈ ਜੀਵਨ ਵਿਕਾਸ। ਇਹ ਤੁਸੀਂ ਜ਼ਰੂਰ ਯਾਦ ਰੱਖਿਓ। ਹਾਂ, ਬਲਰਾਜ ਸਾਹਨੀ ਪ੍ਰਸਿੱਧ ਫਿਲਮੀਕਾਰ ਹੈ, ਜਿਹੜਾ ਪ੍ਰਸਿੱਧ ਐਕਟਰ ਹੈ, ਤੇ ਇਸ ਦੀ ਜਿਹੜੀ ਸਵੈ ਜੀਵਨੀ ਵੀ ਦੇਖ ਲਓ, ਨਾਮ ਇਹਦਾ ਮੇਰੀ ਫਿਲਮੀ ਆਤਮ ਕਥਾ। ਇਹ 1974 ਦੇ ਵਿੱਚ ਇਸ ਦੀ ਸਵੈ ਜੀਵਨੀ ਹੈ ਜਿਹੜੀ ਇਹ ਪ੍ਰਕਾਸ਼ਿਤ ਹੋਈ ਹੈ, ਮੇਰੀ ਫਿਲਮੀ ਆਤਮ ਕਥਾ। ਆਪ ਵੀ ਫਿਲਮਾਂ ਦੇ ਵਿੱਚ ਕੰਮ ਕਰਦਾ ਸੀ ਤੇ ਸਵੈ ਜੀਵਨੀ ਦਾ ਨਾਮ ਵੀ ਉਸੇ ਪ੍ਰਕਾਰ ਦਾ ਹੀ ਹੈ, ਮੇਰੀ ਫਿਲਮੀ ਆਤਮ ਕਥਾ। ਠੀਕ ਹੈ, ਯਾਦ ਰੱਖਿਓ ਤੁਸੀਂ। ਉਸ ਤੋਂ ਬਾਅਦ ਇੱਕ ਹੋਰ ਹੈ, ਜਿਵੇਂ ਜਗਤ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਹੈ ਜਿਹੜਾ, ਮਿਲਖਾ ਸਿੰਘ ਉੱਡਣਾ ਜਿਹਨੂੰ ਕਹਿ ਦਿੰਦੇ, ਉੱਡਣਾ ਸਿੱਖ ਮਿਲਖਾ ਸਿੰਘ ਹੈ ਨਾ, ਫਲਾਇੰਗ ਸਿੱਖ। ਸਵੈ ਜੀਵਨੀ ਫਲਾਇੰਗ ਸਿੱਖ ਹੈ ਜਿਹੜੀ, ਇਹਦੀ ਸਵੈ ਜੀਵਨੀ ਦਾ ਨਾਮ ਹੀ ਫਲਾਇੰਗ ਸਿੱਖ ਹੈ। ਫਲਾਇੰਗ ਮੈਨੇ ਮਤਲਬ ਉੱਡਣਾ। ਫਲਾਇੰਗ ਸਿੱਖ 1975 ਦੇ ਵਿੱਚ ਇਹ ਜਿਹੜੀ ਸਵੈ ਜੀਵਨੀ ਪ੍ਰਕਾਸ਼ਿਤ ਹੁੰਦੀ ਹੈ ਮਿਲਖਾ ਸਿੰਘ ਜੀ ਦੀ। ਆਪਣੇ ਜੀਵਨ ਦੇ ਸੰਘਰਸ਼ ਦੇ ਪੜਾਅ ਨੂੰ ਇਸਨੇ ਆਪਣੀ ਸਵੈ ਜੀਵਨੀ ਦੇ ਵਿੱਚ ਦੱਸਿਆ ਵੀ ਕਿੰਨੇ ਸੰਘਰਸ਼ ਕਰਦਾ ਇਹ। ਸੋ ਬਲਰਾਜ ਸਾਹਨੀ ਦੀ ਸਵੈ ਜੀਵਨੀ ਮੇਰੀ ਫਿਲਮੀ ਆਤਮ ਕਥਾ, ਮਿਲਖਾ ਸਿੰਘ ਦੀ ਸਵੈ ਜੀਵਨੀ ਫਲਾਇੰਗ ਸਿੱਖ, ਇਹ ਵੀ ਯਾਦ ਰੱਖਣੀ ਹੈ ਤੁਸੀਂ। ਸੋ ਇਹ ਆ ਜਿਹੜੀਆਂ ਪਿੱਛੇ ਸਵੈ ਜੀਵਨੀਆਂ ਦੀ ਜਿਹੜੀ ਮੈਂ ਗੱਲ ਕੀਤੀ ਹੈ ਨਾ, ਇਹ ਤੁਸੀਂ ਮੁੱਢਲੇ ਪੰਜਾਬੀ ਸਾਹਿਤ ਦੇ ਵਿੱਚ ਜਿਹੜੀਆਂ ਸਵੈ ਜੀਵਨੀਆਂ ਲਿਖੀਆਂ ਗਈਆਂ ਉਹਨਾਂ ਨੂੰ ਤੁਸੀਂ ਉਹਦੇ ਵਿੱਚ ਤੁਸੀਂ ਇਹਨਾਂ ਦਾ ਜ਼ਿਕਰ ਕਰਨਾ। ਫਿਰ ਉਸ ਤੋਂ ਬਾਅਦ ਹੋਰ ਅੱਗੇ ਚੱਲਦੇ ਆਪਾਂ। ਹਾਂ, ਅੰਮ੍ਰਿਤਾ ਪ੍ਰੀਤਮ ਪ੍ਰਸਿੱਧ ਕਵਿੱਤਰੀ ਹੈ ਜਿਹੜੀ, ਜਿਨ੍ਹਾਂ ਨੇ ਸਵੈ ਜੀਵਨੀ ਨੂੰ ਯਥਾਰਥ ਤੋਂ ਯਥਾਰਥ ਤੱਕ ਦਾ ਅਮਲ ਕਿਹਾ ਹੈ। ਪਹਿਲਾ ਜਿਹੜਾ ਸੀਗਾ ਆਪਣਾ ਇਹ ਸ਼ੁਰੂ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਰਸੀਦੀ ਟਿਕਟ, ਇਹਨਾਂ ਦੀ ਸਵੈ ਜੀਵਨੀ 1976 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਤੁਸੀਂ ਇਹ ਯਾਦ ਰੱਖਣੀ ਹੈ। ਠੀਕ ਹੈ, ਅੰਮ੍ਰਿਤਾ ਪ੍ਰੀਤਮ ਜੀ ਦੀ ਸਵੈ ਜੀਵਨੀ ਰਸੀਦੀ ਟਿਕਟ, ਇਹ ਤੁਸੀਂ ਯਾਦ ਰੱਖਣੀ ਹੈ। ਉਸ ਤੋਂ ਬਾਅਦ ਗੁਰਮਤਿ ਸਾਹਿਤ ਦੇ ਪ੍ਰਸਿੱਧ ਵਿਦਵਾਨ ਨੇ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ, ਉਹਨਾਂ ਦੀ ਸਵੈ ਜੀਵਨੀ ਮੇਰੀ ਜੀਵਨ ਕਹਾਣੀ 1977 ਦੇ ਵਿੱਚ, ਇਹਦਾ ਸੰਪਾਦਨ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਕੀਤਾ। ਇਹ ਵੀ ਤੁਸੀਂ ਯਾਦ ਰੱਖਣਾ ਨਾਲ। ਜੀਵਨੀ ਹੈ ਜਿਹੜੀ ਉਹ ਪ੍ਰੋਫੈਸਰ ਸਾਹਿਬ ਸਿੰਘ ਦੀ ਹੈ, ਮੇਰੀ ਜੀਵਨ ਕਹਾਣੀ। ਇਸ ਨੂੰ ਸੰਪਾਦਨ ਕਰਨ ਵਾਲਾ ਕੌਣ ਹੈ? ਪ੍ਰੋਫੈਸਰ ਪ੍ਰੀਤਮ ਸਿੰਘ। ਉਸ ਤੋਂ ਬਾਅਦ ਹਾਂ, ਪ੍ਰਸਿੱਧ ਲੋਕਧਾਰਾ ਸ਼ਾਸਤਰੀ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ ਸਵੈ ਜੀਵਨੀ ਹੈ ਜਿਹੜੀ, ਉਹਨਾਂ ਦੀਆਂ 4 ਸਵੈ ਜੀਵਨੀਆਂ,
ਚਾਰੇ ਦੀਆਂ ਚਾਰੇ ਤੁਸੀਂ याद रखनियां, ठीक है, याद रखनियां। देखो किहड़ियां किहड़ियां। अद्धी मिट्टी अद्धा सोना 1979 दे विच, मेरे राह दे रंग 1982 दे विच, मेरा नानका पिंड 1984 दे विच, ते गलीए चिक्कड़ दूर घर ये 1985 दे विच स्वै जीवनी है जिहड़ी लिखी गई है। सभ्याचारक लोकधारक जीवन ਨੂੰ ਆਪਣੀ ਦ੍ਰਿਸ਼ਟੀ ਦੇ ਦੁਆਰਾ ਪੇਸ਼ ਕੀਤਾ ਹੈ, ਕਿਉਂਕਿ ਆਪ ਖੁਦ ਲੋਕਧਾਰਾ ਦੇ ਨਾਲ ਸੰਬੰਧਿਤ ਵਿਗਿਆਨੀ ਹੈ। ਇਹ ਲੋਕਧਾਰਾ ਸ਼ਾਸਤਰੀ ਹੈ ਸੁਹਿੰਦਰ ਸਿੰਘ ਵਣਜਾਰਾ ਬੇਦੀ, ਤੇ ਬਸ ਆਪਣੇ ਉਸ ਵਿਸ਼ੇ ਨੂੰ ਲੈ ਕੇ ਇਸਨੇ ਆਪਣੇ ਜੀਵਨ ਦੇ ਨਾਲ ਨਾਲ ਲੋਕਧਾਰਾ ਦੇ ਬਾਰੇ ਮਹੱਤਵਪੂਰਨ ਜਿਹੜਾ ਗਿਆਨ ਹੈ ਉਹ ਸਾਨੂੰ ਦਿੱਤਾ ਹੈ। ਇਹ ਜਿਹੜੀਆਂ ਚਾਰ ਸਵੈ ਜੀਵਨੀਆਂ ਦੇ ਵਿੱਚ ਅੱਧੀ ਮਿੱਟੀ ਅੱਧਾ ਸੋਨਾ, ਮੇਰੇ ਰਾਹ ਦੇ ਰੰਗ, ਮੇਰਾ ਨਾਨਕਾ ਪਿੰਡ ਤੇ ਗਲੀਏ ਚਿੱਕੜ ਦੂਰ ਘਰ, ਇਹ ਵਣਜਾਰਾ ਬੇਦੀ ਜੀ ਦੀਆਂ ਚਾਰੇ ਸਵੈ जीवनियां तुसी याद रखनियां। उस तो बाद हाँ होर हाँ पोठोहारी अंचलिकता ते दृश्य भी इहदी स्वै जीवनी दे विच है, ये भी तुसी याद रखना है। पोठोहारी अंचलिकता दी पोठोहार। उस तो बाद गल करते हैं जी दलीप कौर टवाणा जी की स्वै जीवनी बारे। इन्हां दीयां स्वै जीवनियां जिहड़ियां दो दित्तियां होईयां, नंगे पैरां दा सफ़र ते पीले पत्तियां दी दास्तान, ये दो स्वै जीवनियां जिहड़ियां दलीप कौर टवाणा जी दियां, ये भी तुसी याद रखना। एक होर है जिहड़ी लिखी हुई है पूछते हो तो सुनो, उस दी एक साहित्यक स्वै जीवनी है, ये भी तुसी याद रखना है। मालवी मतलब मलवई रंग की भा मारदी है इन्हां दी जिवें जिहड़ी हैगी है स्वै जीवनी, इन्हां दी स्वै जीवनी रचना है जिहड़ी उहदे विच मालवे दे सभ्याचार दा मलवई रंगण दा जिक्र कीता होया। जिवें इन्हां दी सुहिंदर सिंह वणजारा बेदी दी जिहड़ी स्वै जीवनी उन्हां दे विच पोठोहारी अंचलिकता है, ते दलीप कौर टवाणा जी दे स्वै जीवनियां विच मलवई अंचलिकता दा जिक्र होया। ठीक है जी। उस तो बाद हाँ प्रसिद्ध नाटककार बलवंत गार्गी की स्वै जीवनी है जिहड़ी नंगी धुप, ये भी तुसी याद रखनी है। यथार्थ शैली दे विच लिखी हुई है प्रसिद्ध स्वै जीवनी है। ठीक है जी, ये भी तुसी याद रखनी है गल। ठीक है, इन्हां दी बलवंत गार्गी जी की स्वै जीवनी नंगी धुप, ये याद रखना। उस तो बाद प्रसिद्ध कहानीकार है महेंद्र सिंह जोशी, उन्हां दी स्वै जीवनी है जिहड़ी मेरे पत्ते मेरी खेड, उन्हां दी आत्मकथा का नाम की है मेरे पत्ते मेरी खेड। ये किहदी है जी? महेंद्र सिंह जोशी जी दी, जिहदे विच लेखक ने जिंदगी नूं ताश दे पत्ते दी खेड दे नाल तुलनाया। पता ही लगी जांदा स्वै जीवनी दे नाम तो ही, मेरे पत्ते मेरी खेड, पत्ते मतलब ताश दे पत्तियां नाल अपने जीवन की तुलना कीती है। उस तो बाद अजीत कौर इन्हां दी स्वै जीवनी है जिहड़ी खाना बदोश, ये तुसी याद रखनी है, बेबाक शैली दे विच लिखी गई है। ठीक है, ये भी तुसी याद रखनी है इन्हां दी स्वै जीवनी अजीत कौर जी दी। इन्हां दी एक होर स्वै जीवनी है कूड़ा कबाड़ा, 1997 दे विच इन्हां दी एक होर स्वै जीवनी छपी है कूड़ा कबाड़ा। दो हो गईयां अजीत कौर जी दियां स्वै जीवनियां दो, खाना बदोश ते कूड़ा कबाड़ा, खाना बदोश ते कूड़ा कबाड़ा याद रखियो। ठीक है। उस तो बाद हाँ जी ਗਿਆਨੀ, उस तो बाद आपां महेंद्र सिंह रंधावा की स्वै जीवनी तुसी एक होर याद रखनी है। सारियां नहीं जिहड़ियां मैं बहुत महत्वपूर्ण है मैं तुहानूं वो कह रहा, वो तुसी जरूर याद रखनी है। हाँ जी, महेंद्र सिंह रंधावा जी की स्वै जीवनी आप बीती 1983 दे विच लिखी हुई है। ठीक है जी, ये तुसी याद रखना। ये भी महेंद्र सिंह रंधावा ने भी अपने लोकधारा ते सभ्याचार बारे भावपूर्त विवरण पेश किया, जिवें वणजारा बेदी ने अपनी स्वै जीवनी दे विच है ना, स्वै वणजारा बेदी जी दियां चार स्वै जीवनियां की गल कीती सी ना आपां, आ देखो सुहिंदर सिंह वणजारा बेदी दियां, इहदे विच भी इसने लोकधारा ते सभ्याचार की गल कीती है। उवें ही बिल्कुल इन्होंने अपने महेंद्र सिंह रंधावा ने अपनी स्वै जीवनी दे विच लोकधारा ते सभ्याचार बारे भावपूर्त विवरण पेश किया, यह भी याद रखना। होर जिवें इहदे विच की है, जिवें कांगड़े की चित्रकला लोक कला ते लोक गीतां दे हवाले अपनी इस रचना दे विच दिते है। की नाम है रचना दा? आप बीती। हाँ जी, उस तो बाद पंजाबी का प्रसिद्ध नावलकार है सोहण सिंह शीतल जी, इन्हां जी दी स्वै जीवनी है वेखी माणी दुनिया 1983 दे विच, ये भी तुसी याद रखनी है। ठीक है जी। लेखक है जिहड़ा वो ढाडी हुंदा सी, ढाडी तो किवें गीतकार नावलकार कहानीकार बनिया, ये तुसी इन्हां दी स्वै जीवनी दे विच इन्हां दे जीवन बारे पढ़ के जान सकते हो। किहड़ी है स्वै जीवनी? सोहण सिंह शीतल जी दी वेखी माणी दुनिया। ठीक है जी। उस तो बाद प्रसिद्ध कहानीकार करतार सिंह दुग्गल जी की स्वै जीवनी है जिहड़ी किस पै खोलो गंठड़ी, किस पै खोलो गंठड़ी इन्हां दी स्वै जीवनी का नाम है, ये भी तुसी याद रखनी है। ये रचना पहला जगबाणी अखबार दे विच लड़ीवार छपदी भी रही है।
इन्हां दी स्वै जीवनी है किस पै खोलो गंठड़ी। करतार सिंह दुग्गल प्रसिद्ध कहानीकार है जिहड़ा, उन्हां जी दी स्वै जीवनी है जिहड़ी पंजाब दे विच एक अखबार छपदा है जगबाणी, उहदे विच इह लड़ीवार छपदी भी रही है। उस तो बाद प्रोफैसर दीवान सिंह का नाम आ जाता। हाँ, राम स्वरूप अणखी, राम स्वरूप अणखी जी की जिहड़ी स्वै जीवनी है ये तुसीं जरूर याद रखनी है। मल्ले झाड़ियाँ, मल्ले झाड़ियाँ इन्हां दी स्वै जीवनी का नाम है। 31 कांडां दे विच लिखी हुई है ये। उस तो बाद आपां गल करते हैं हाँ संत सिंह सेखों जी की स्वै जीवनी बारे। संत सिंह सेखों जी की स्वै जीवनी उमर दा पंध, ये भी तुसीं याद रखनी है। संत सिंह सेखों जी की स्वै जीवनी है जिहड़ी उमर दा पंध, ये याद रखनी है। उस तो बाद आपां गल करते हैं जी हाँ प्रसिद्ध पहलवान ते फिल्मी हस्ती दारा सिंह पहलवान जिहड़ा, उन्हां जी दी स्वै जीवनी मेरी आत्म कथा, ये भी तुसीं याद रख लियो। प्रसिद्ध फिल्मी हस्ती है दारा सिंह जी, इन्हां जी दी स्वै जीवनी है जिहड़ी मेरी आत्म कथा, मेरी आत्म कथा। ये फिल्मां दे विच भी काम करते रहे, भलवान हुंदे सी पहलां दारा सिंह जी, ते इन्हां दी जिहड़ी स्वै जीवनी है मेरी आत्म कथा। उस तो बाद आपां गल करते हैं जी हाँ डॉक्टर हरभजन सिंह जी की स्वै जीवनी। प्रसिद्ध कवि है जिहड़ा पंजाबी साहित्य जगत का डॉक्टर हरभजन सिंह, उन्हां जी की स्वै जीवनी है जिहड़ी चोड़ा टाकियां वाला 1994 दे विच, ये आरसी मासिक पत्र दे विच छपदी रही है। बई ये भी तुसीं विद्यार्थियों याद रखना है। आरसी नाम का जिहड़ा मासिक पत्र है उहदे विच छपदी रही है। आरसी स्वै जीवनी भी है, आ गया ना याद। आरसी किहदी है स्वै जीवनी, हुण याद रखियो तुसीं। डॉक्टर हरभजन सिंह जी की स्वै जीवनी किहदी है, किहड़ी है जी, चोड़ा टाकियां वाला, ते आरसी नाम के मासिक पत्र विच छपदी रही है। उस तो बाद आपां गल करते हैं जी जिहड़ी हाँ जी संतोख सिंह धीर जी की स्वै जीवनी तुसीं याद रखियो। प्रसिद्ध कहानीकार संतोख सिंह धीर जी की स्वै जीवनी बृहस्पति 1998, ये कुछ हिस्सा पहला प्रीत लेडी मैगजीन दे विच छपदा रहा, ये भी तुसीं याद रखियो नाल। ठीक है जी, संतोख सिंह धीर की प्रसिद्ध जिहड़ी स्वै जीवनी है बृहस्पति, ये भी तुसीं याद रखनी है। उस तो बाद आपां गल करते हैं जी हाँ गुरदयाल सिंह जिहड़ा प्रसिद्ध नावलकार है, जिन्हां दे एक पाठ भी है जिवें घड़ी तां खराब हो गई अपनी कहानी दे रखी है, तो ये प्रसिद्ध नावलकार इन्हां दी स्वै जीवनी है जिहड़ी किहड़ियां दो दित्तियां होईयां, न्याण बत्तियां ते दूजी देही। ठीक है जी, ये भी तुसीं याद रखनी है। दोनों दियां दोनों गुरदयाल सिंह प्रसिद्ध नावलकार है जिहड़ा, उन्हां दियां दो स्वै जीवनियां न्याण बत्तियां अते दूजी देही। ठीक है जी। उस तो बाद आपां गल करते हैं जी खुशवंत सिंह है जिहड़ा प्रसिद्ध नावलकार, उन्हां जी दी स्वै जीवनी है जिहड़ी मौज मेला, ਇਹਦਾ अनुवाद किया होया अमरजीत सिंह दीपक ने। मतलब की है भी यह मूल रूप में खुशवंत सिंह जी की जिहड़ी स्वै जीवनी है वो मूल रूप में पंजाबी दे विच नहीं सी लिखी गई, तो उन्हां दी स्वै जीवनी है जिहड़ी मौज मेला, उसनूं पंजाबी दे विच किसने उहदा उलत्था किया, अनुवाद किहने किया, अमरजीत सिंह दीपक ने। ठीक है जी, याद रखियो। उस तो बाद होर गल करिए जे आपां कुछ स्वै जीवनियां अनुवाद दे विच भी उपलब्ध ने, जिवें ये भी तुसीं थोड़ियां बहुतियां पढ़ लिओ जिहड़ियां महत्वपूर्ण है। हुण आपां गल करदे हां जो पंजाबी यूनीवर्सिटी पटियाला पब्लिकेशन ब्यूरो ने कुछ साहित्यकारां तो साहित्यक स्वै जीवनियां लिखवाइयां भी है। पंजाबी यूनीवर्सिटी पटियाला ने कुछ साहित्यकारां तो कुछ जिहड़े शख्सियतां ने महान, उन्हां दियां अपनियां खुद दियां मतलब आप खुद महान शख्सियतां ने वो जिहड़े कुछ साहित्यकार ने, उन्हां दे अपनियां स्वै जीवनियां जिहड़ियां लिखियां है ते वो लिखवाइयां किहने है, यूनीवर्सिटी पटियाला पब्लिकेशन ब्यूरो ने। वो किहड़े-किहड़े ने जिन्हां दे विच नाम तुसीं याद रखने हैं, गुरदयाल सिंह फुੱਲ, रोशन लाल आहूजा, बृज लाल शास्त्री, सुजान सिंह, राम स्वरूप अणखी, सुरजीत सिंह सेठी, करतार सिंह दुग्गल, जसवंत सिंह नेकी, सुरिंदर सिंह नरूला ते हरचरण सिंह। ये कुछ महत्वपूर्ण शख्सियतां ने जिन्हां तो
ਪਟਿਆਲਾ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਨੇ ਉਹਨਾਂ ਦੀਆਂ ਸਵੈ ਜੀਵਨੀਆਂ ਜਿਹੜੀਆਂ ਇਹ ਲਿਖਵਾਈਆਂ ਨੇ। ਮਤਲਬ ਕੀ ਹੈ ਵੀ ਇਹ ਸਵੈ ਜੀਵਨੀਆਂ ਜਿਹੜੀਆਂ ਇਹ ਯੂਨੀਵਰਸਿਟੀ ਪਟਿਆਲਾ ਪਬਲੀਕੇਸ਼ਨ ਬਿਊਰੋ ਦੇ ਨਾਮ ਹੇਠ ਪ੍ਰਕਾਸ਼ਿਤ ਹੋਈਆਂ ਨੇ। ਸੋ ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣੀਆਂ। ਸੋ ਪਿਆਰੇ ਵਿਦਿਆਰਥੀਓ, ਆਪਣਾ ਜਿਹੜਾ ਸਵੈ ਜੀਵਨੀ ਵਾਲਾ ਜਿਹੜਾ ਪਾਠ ਹੈ ਇਹ ਆਪਣਾ ਹੁੰਦਾ ਹੈ ਖਤਮ। ਇਹਦੇ ਵਿੱਚ ਜੋ ਮਹੱਤਵਪੂਰਨ ਸਵੈ ਜੀਵਨੀਕਾਰ ਨੇ ਉਹ ਤੁਸੀਂ ਜ਼ਰੂਰ ਯਾਦ ਰੱਖਣੇ ਹੈ, ਜਿਨ੍ਹਾਂ ਦੇ ਬਾਰੇ ਮੈਂ ਬਕਾਇਦਾ ਪੂਰੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਆਹ ਸਵੈ ਜੀਵਨੀਕਾਰ ਹੈ ਜਿਹੜੇ ਇਹ ਬਹੁਤ ਜ਼ਰੂਰੀ ਯਾਦ ਰੱਖਣੇ ਆ ਤੁਸੀਂ। ਸੋ ਪਿਆਰੇ ਵਿਦਿਆਰਥੀਓ, ਸੋ ਇਹ ਸਵੈ ਜੀਵਨੀ ਵਾਲਾ ਜਿਹੜਾ ਪਾਠ ਹੈ ਆਪਣਾ ਸਮਾਪਤ ਹੁੰਦਾ ਹੈ ਜੀ। ਅਗਲਾ ਪਾਠ ਲੈ ਕੇ ਜਲਦੀ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਹੁੰਨੇ ਆ ਜੀ। ਸਤਿ ਸ਼੍ਰੀ ਅਕਾਲ।